ਹੁਣ 28 ਤਰੀਕ ਦਾ ਸੈਸ਼ਨ ਆ, ਇੱਕ ਦਿਨ ਦਾ ਸੈਸ਼ਨ, ਡੈਮੋਕ੍ਰੇਸੀ ਦਾ ਮਰਡਰ। ਇੱਕ ਦਿਨ ਦੇ ਵਿੱਚ ਅਸੀਂ ਕਿਹੜੇ ਇਸ਼ੂਜ਼ ਡਿਸਕਸ ਕਰ ਸਕਦੇ ਹਾਂ? ਤੇ ਅੰਤ ਨੂੰ ਪੰਜਾਬ ਦੇ ਕਿਸਾਨ ਨੇ ਅਡਾਨੀ ਤੇ ਅੰਬਾਨੀਆਂ ਦੇ ਕੋਲੇ ਖੇਤੀ ਮਜ਼ਦੂਰ ਬਣਨਾ ਜੇ ਖੇਤੀ ਸੁਧਾਰ ਆਰਡੀਨੈਂਸ ਲਾਗੂ ਹੁੰਦੇ ਆ। ਇੱਕ ਦਿਨ ਦੇ ਵਿੱਚ 2 ਬੈਠਕਾਂ ਕਰਕੇ ਕੀ ਕੋਵਿਡ ਇਹਨਾਂ ਤੋਂ ਪੁੱਛ ਕੇ ਆਉਂਦਾ? ਖੇਤੀ ਬਿੱਲਾਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਇਸ ਮੰਗ ਨੂੰ ਚੱਕਣਾ ਜਾਇਆ ਹੈ ਤੇ ਇਸੇ ਨੂੰ ਲੈ ਕੇ ਅੱਜ ਲੋਕ ਇਨਸਾਫ ਪਾਰਟੀ ਵੱਲੋਂ ਮੁੱਖ ਮੰਤਰੀ ਆਵਾਜ਼ ਦੇ ਬਾਅਦ ਧਰਨਾ ਦਿੱਤਾ ਜਾ ਰਿਹਾ ਹੈ। ਤੁਸੀਂ ਵੇਖ ਸਕਦੇ ਹੋ ਕਿ ਦੋਨੋਂ ਵਿਧਾਇਕ ਇੱਥੇ ਪਹੁੰਚੇ ਨੇ। ਵਿਧਾਨ ਸਭਾ ਸੈਸ਼ਨ ਵਿੱਚ ਖੇਤੀ ਸੁਧਾਰ ਆਰਡੀਨੈਂਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਤੁਸੀਂ ਵੇਖ ਰਹੇ ਹੋ ਸੀਐਮ ਆਵਾਜ਼ ਦੇ ਬਾਅਦ ਦੀ ਤਸਵੀਰਾਂ, ਜਿੱਥੇ ਦੋਨੋਂ ਬੈਂਸ ਬ੍ਰਦਰਜ਼ ਇੱਥੇ ਪਹੁੰਚ ਚੁੱਕੇ ਨੇ। ਗੱਲ ਕਰਦੇ ਹਾਂ ਅਸੀਂ ਸਿਮਰਜੀਤ ਸਿੰਘ ਬੈਂਸ ਨਾਲ। ਬੈਂਸ ਸਾਹਿਬ, ਇਹ ਅੱਜ ਕਿਉਂ ਤੁਸੀਂ ਧਰਨੇ ਤੇ ਆਏ? ਸੋ ਅਸੀਂ 26/6/2020 ਸਾਈਕਲ ਯਾਤਰਾ ਦੀ ਸਮਾਪਤੀ 300 ਕਿਲੋਮੀਟਰ ਜਲਿਆਂਵਾਲਾ ਬਾਗ ਤੋਂ ਸੀਐਮ ਰੈਜ਼ੀਡੈਂਸ। ਮੰਗ ਹੈਗੀ ਆ ਜਿਹੜਾ ਖੇਤੀ ਸੁਧਾਰ ਆਰਡੀਨੈਂਸ ਆ, ਜਿਹੜਾ ਪੰਜਾਬ ਦੇ ਕਿਸਾਨ ਨੂੰ ਖਤਮ ਕਰਨ ਵਾਸਤੇ ਆ, ਜਿਹਦਾ ਖੁਦ ਵਿਰੋਧ ਕਾਂਗਰਸ ਪਾਰਟੀ ਕਰਦੀ ਆ। ਕਾਂਗਰਸ ਪਾਰਟੀ ਸੱਤਾ ਦੇ ਵਿੱਚ ਆ। ਸੋ ਅਸੀਂ ਉਸ ਦਿਨ ਇੱਕ ਮੈਮੋਰੈਂਡਮ ਦਿੱਤਾ ਸੀ ਵੀ ਤੁਰੰਤ ਹੰਗਾਮੀ ਸੈਸ਼ਨ ਕਾਲ ਕਰੋ। ਅਰੇ ਖੇਤੀ ਸੁਧਾਰ ਆਰਡੀਨੈਂਸ ਜਿਹੜਾ ਰਾਜ ਦੇ ਅਧਿਕਾਰਾਂ ਦੇ ਉੱਤੇ ਸੰਵਿਧਾਨਕ ਡਾਕਾ, 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਖੇਤੀਬਾੜੀ, 26ਵੀਂ ਐਂਟਰੀ ਮੰਡੀਕਰਨ, ਇਹ ਸਾਡੇ ਸਟੇਟ ਸਬਜੈਕਟ ਆ। ਮੋਦੀ ਸਾਹਿਬ ਇਹ 'ਤੇ ਕੋਈ ਕਾਨੂੰਨ ਨਹੀਂ ਬਣਾ ਸਕਦੇ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸਾਹਿਬ, ਤੁਹਾਡੀ ਪਾਰਟੀ, ਤੁਸੀਂ ਵਿਰੋਧ ਕਰਦੇ ਹੋ। ਵਿਧਾਨ ਸਭਾ ਦਾ ਸੈਸ਼ਨ ਕਾਲ ਕਰਕੇ ਬਹੁਤ ਸੰਮਤੀ ਦੇ ਨਾਲ ਪ੍ਰਸਤਾਵ ਪਾਸ ਕਰਕੇ ਮੋਦੀ ਸਾਹਿਬ ਨੂੰ ਕਿਉਂ ਨਹੀਂ ਭੇਜਦੇ? ਹੁਣ 28 ਤਰੀਕ ਦਾ ਸੈਸ਼ਨ ਆ, ਇੱਕ ਦਿਨ ਦਾ ਸੈਸ਼ਨ, ਡੈਮੋਕ੍ਰੇਸੀ ਦਾ ਮਰਡਰ। ਇੱਕ ਦਿਨ ਦੇ ਵਿੱਚ ਅਸੀਂ ਕਿਹੜੇ ਇਸ਼ੂਜ਼ ਡਿਸਕਸ ਕਰ ਸਕਦੇ ਹਾਂ? 200 ਸ਼ਰਾਬ ਦੇ ਨਾਲ ਹੋਈਆਂ ਮੌਤਾਂ, ਜਾਂ ਗੁਰੂ ਗ੍ਰੰਥ ਸਾਹਿਬ, ਜਾਂ ਬੇਰੁਜ਼ਗਾਰੀ, ਜਾਂ ਰੇਤਾ ਬਜਰੀ ਮਾਫੀਆ ਚੋਰੀ, ਕਿਹੜੀ ਚੀਜ਼ ਅਸੀਂ ਡਿਸਕਸ ਕਰਾਂਗੇ? ਸੋ ਅਸੀਂ ਇੱਕ ਇੰਪੋਰਟੈਂਟ ਇਸ਼ੂ ਕਿ 28 ਤਰੀਕ ਦੇ ਸਿੰਗਲ ਡੇ ਸੈਸ਼ਨ ਦੇ ਵਿੱਚ ਇਹ ਪ੍ਰਸਤਾਵ ਲੈ ਕੇ ਆਓ, ਜਿਹੜਾ ਬਹੁਤ ਸੰਮਤੀ ਦੇ ਨਾਲ ਪਾਸ ਹੋ ਕੇ ਮੋਦੀ ਗਵਰਨਮੈਂਟ ਨੂੰ ਭੇਜਿਆ ਜਾਵੇ ਕਿ ਖੇਤੀ ਸੁਧਾਰ ਆਰਡੀਨੈਂਸ ਅਡਾਨੀਆਂ ਤੇ ਅੰਬਾਨੀਆਂ ਨੂੰ, ਪੰਜਾਬ ਦਾ ਕਿਸਾਨ ਵੇਚਣ ਵਾਸਤੇ ਉਹਦੀ ਜ਼ਮੀਨ, ਉਹਨੂੰ ਬੇਜ਼ਮੀਨਾ ਕਰਨ ਵਾਸਤੇ, ਤੇ ਅੰਤ ਨੂੰ ਪੰਜਾਬ ਦੇ ਕਿਸਾਨ ਨੇ ਅਡਾਨੀ ਤੇ ਅੰਬਾਨੀਆਂ ਦੇ ਕੋਲੇ ਖੇਤੀ ਮਜ਼ਦੂਰ ਬਣਨਾ ਜੇ ਖੇਤੀ ਸੁਧਾਰ ਆਰਡੀਨੈਂਸ ਲਾਗੂ ਹੁੰਦੇ ਆ। ਸਾਡਾ 4000 ਕਰੋੜ ਰੁਪਏ ਦਾ ਆਰਡੀਐਫ ਲਾਸ ਆ। ਸਾਡੇ ਲੱਖਾਂ ਦੀ ਗਿਣਤੀ ਦੇ ਵਿੱਚ ਆੜਤੀਏ, ਪੱਲੇਦਾਰ, ਤੋਲੇ, ਛੋਟੇ ਟਰਾਂਸਪੋਰਟਰ ਬੇਰੁਜ਼ਗਾਰ ਹੁੰਦੇ ਆ। ਸਾਡਾ ਛੋਟਾ ਕਿਸਾਨ, ਦਲਿਤ ਖੇਤ ਮਜ਼ਦੂਰ ਜਿਹੜਾ ਤਬਾਹ ਹੋਏਗਾ। ਸੋ ਅਸੀਂ ਇਸ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਰਿਕੁਐਸਟ ਕਰਨ ਵਾਸਤੇ ਸਿਰਫ ਐਮਐਲਏਜ਼ ਆਏ ਆ। ਦੋਨੋਂ ਐਮਐਲਏ, ਲੋਕ ਇਨਸਾਫ ਪਾਰਟੀ ਦੇ 2 ਐਮਐਲਏ ਆ, ਸਾਡੇ ਨਾਲ ਹੋਰ ਕੋਈ ਬੰਦਾ ਨਹੀਂ ਹੈਗਾ, ਸਿਰਫ ਐਮਐਲਏ। ਇਹਨਾਂ ਨੂੰ ਜਗਾਉਣ ਵਾਸਤੇ ਵੀ ਤੁਸੀਂ ਵਿਰੋਧ ਕਰਦੇ ਹੋ। ਕਾਂਗਰਸ ਪਾਰਟੀ ਵਿਰੋਧ ਕਰਦੀ ਆ ਖੇਤੀ ਸੁਧਾਰ ਆਰਡੀਨੈਂਸ ਦਾ, ਪਰ ਇਹ ਵਿਰੋਧ ਦੇ ਵਿੱਚੋਂ ਵਿਧਾਨ ਸਭਾ ਸੈਸ਼ਨ, ਜਿੱਥੇ ਤੁਹਾਨੂੰ ਲੋਕਾਂ ਨੇ ਤਾਕਤ ਦਿੱਤੀ ਹੈ, ਤੁਹਾਨੂੰ ਸ਼ਾਨਾ ਮੱਤਾ ਗੋਲਡਨ ਐਬਸੋਲੂਟ ਮੈਜੋਰਿਟੀ ਦਿੱਤੀ ਹੈ, ਤੁਸੀਂ ਉਸ ਵਿਧਾਨ ਸਭਾ ਦੇ ਵਿੱਚ ਇਹ ਪ੍ਰਸਤਾਵ ਲਿਆ ਕੇ ਇਹਨੂੰ ਬਹੁਤ ਸੰਮਤੀ ਨਾਲ ਰੱਦ ਕਿਉਂ ਨਹੀਂ ਕਰਦੇ? ਸੋ ਸਾਡੀ ਇਹ ਡਿਮਾਂਡ ਹੈ ਕਿ ਬੈਂਸ ਸਾਹਿਬ, ਤੁਹਾਨੂੰ ਹੁਣ ਇਸ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਏਗਾ, ਇੱਥੇ ਭਾਵੇਂ ਤੁਹਾਨੂੰ ਪ੍ਰੋਬਲਮ, ਅਸੀਂ ਇੱਥੇ ਬਹਿ ਜਾਵਾਂਗੇ। ਮੈਂ ਪਹਿਲਾਂ ਪੁਲਿਸ ਅਫਸਰਾਂ ਨੂੰ ਕਹਿ ਦਿੱਤਾ ਵੀ ਤੁਸੀਂ ਇੰਤਜ਼ਾਮ ਨਾ ਕਰੋ, ਅਸੀਂ 2 ਹੀ ਜਾਣੇ ਆ। ਤੁਸੀਂ ਮੁੱਖ ਮੰਤਰੀ ਵਾਸਤੇ ਪੁੱਛਿਓ, ਜੇ ਸਾਨੂੰ ਅਲਾਓ ਕਰਦੇ ਆ ਉਹ ਕਰ, ਜਿੱਥੇ ਸੂਬੇ ਦੇ ਲੋਕਾਂ ਨੂੰ ਇੱਕ ਨਿਆਂ ਦੀ ਆਸ ਹੁੰਦੀ ਆ ਵੀ ਇੱਥੋਂ ਨਿਆਂ ਮਿਲੇਗਾ। ਅਸੀਂ ਲੋਕਾਂ ਵਾਸਤੇ, ਸੂਬੇ ਵਾਸਤੇ ਨਿਆਂ ਮੰਗਣ ਲਈ ਆਏ ਆ। ਅਸੀਂ ਕੋਈ ਘਰ ਚੱਕਣ ਨਹੀਂ ਆਏ, ਅਸੀਂ ਕਿਸੇ ਨਾਲ ਲੜਨ ਨਹੀਂ ਆਏ। ਅਸੀਂ ਲੋਕਤੰਤਰਿਕ ਤਰੀਕੇ ਦੇ ਨਾਲ ਆਪਣੀ ਗੱਲ ਇਸ ਡਬਲ ਸਟੈਂਡਰਡ ਸਰਕਾਰ ਦੇ ਕੰਨਾਂ ਦੇ ਵਿੱਚ ਪਾਉਣ ਵਾਸਤੇ ਆਏ ਆ ਵੀ ਇੱਕ ਪਾਸੇ ਕਾਂਗਰਸ ਅੰਦੋਲਨ ਖੇਤੀ ਸੁਧਾਰ ਆਰਡੀਨੈਂਸਾਂ ਦੇ ਬਰਖਲਾਫ, ਤੇ ਦੂਜੇ ਪਾਸੇ ਵਿਧਾਨ ਸਭਾ ਦਾ ਸੈਸ਼ਨ ਦੇ ਵਿੱਚ ਤੁਸੀਂ ਪ੍ਰਸਤਾਵ ਨਾ ਲੈ ਕੇ ਆਓ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਨ ਲਈ। ਇਹ ਡਬਲ ਸਟੈਂਡਰਡ ਦਮੂਈਆ ਚਿਹਰਾ ਇਹਨਾਂ ਦਾ ਬੇਨਕਾਬ ਕਰਨ ਵਾਸਤੇ ਸਾਡਾ ਡੈਮੋਕ੍ਰੈਟਿਕ ਰਾਈਟ ਆ। ਸੋ ਅਸੀਂ ਇਸ ਵਾਸਤੇ ਆਏ ਕਿ ਅਸੀਂ ਪੁੱਛਣ ਗਏ ਆ। ਮੈਂ ਕਿਹਾ ਪੁੱਛਿਓ ਜਾ ਕੇ, ਅਸੀਂ ਕੋਈ ਇਕੱਠ ਨਹੀਂ ਲੈ ਕੇ ਆਏ, ਕੋਈ ਲੋਕ ਇਨਸਾਫ ਪਾਰਟੀ ਦਾ ਸਾਥੀ ਸਾਡੇ ਨਾਲ ਨਹੀਂ ਹੈਗਾ। ਅਸੀਂ ਦੋਨੋਂ ਲੋਕ ਇਨਸਾਫ ਪਾਰਟੀ ਦੇ ਐਮਐਲਏ ਆਏ ਆ ਆਪਣੀ ਗੱਲ ਪੀਸਫੁਲ ਤਰੀਕੇ ਦੇ ਨਾਲ ਕਿ ਆਉਣ ਵਾਲਾ ਸਮਾਂ ਪੰਜਾਬ ਦੇ ਖੇਤ ਮਜ਼ਦੂਰ, ਦਲਿਤ ਤੇ ਕਿਸਾਨ ਵਾਸਤੇ ਜਿਹੜਾ ਬੜਾ ਖਤਰਨਾਕ ਹੈਗਾ। ਪਰ ਬੈਂਸ ਸਾਹਿਬ,
ਤੁਸੀਂ ਇੱਥੇ ਆਏ ਹੋ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇੱਕ ਦਿਨ ਦਾ ਜਿਹੜਾ ਸੈਸ਼ਨ ਬੁਲਾਇਆ ਗਿਆ, ਵਿਧਾਨ ਸਭਾ ਦਾ ਕਹਿਣਾ ਹੈ ਕਿ ਸਪੀਕਰ ਦਾ ਇਹ ਕਹਿਣਾ ਹੈ ਕਿ ਕੋਵਿਡ ਦੀ ਵਜ੍ਹਾ ਦੇ ਕਾਰਨ ਜਿਹੜਾ ਵਿਧਾਨ ਸਭਾ ਜ਼ਿਆਦਾ ਸੈਸ਼ਨ ਨਹੀਂ ਰੱਖ ਸਕਦੇ, ਇਸ ਲਈ ਸਿਰਫ ਇੱਕ ਦਿਨ ਦਾ, ਕਿਉਂਕਿ 6 ਮਹੀਨੇ ਦੇ ਵਿੱਚ ਬੁਲਾਉਣਾ ਲਾਜ਼ਮੀ, ਇਸ ਲਈ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਇੱਕ ਦਿਨ ਦੇ ਵਿੱਚ 2 ਬੈਠਕਾਂ ਕਰਕੇ ਕੀ ਕੋਵਿਡ ਇਹਨਾਂ ਤੋਂ ਪੁੱਛ ਕੇ ਆਉਂਦਾ ਵੀ ਤੁਸੀਂ 2 ਸੈਸ਼ਨ ਇੱਕ ਸੈਸ਼ਨ ਦੇ ਵਿੱਚ 2 ਮੀਟਿੰਗਾਂ ਕਰ ਲਓ? ਕੋਵਿਡ ਇਹਨਾਂ ਨੂੰ ਕਹਿ ਕੇ ਗਿਆ ਵੀ ਮੈਂ ਨਹੀਂ ਆਵਾਂਗਾ, ਮੈਂ ਕਿਸੇ ਮੈਂਬਰ ਤੋਂ ਦੂਜੇ ਮੈਂਬਰ ਨੂੰ ਸਪਰੈਡ ਨਹੀਂ ਹੋਵਾਂਗਾ? ਇਹਨਾਂ ਨੂੰ ਕੀ ਇੰਸ਼ੋਰ ਕਰਕੇ ਗਿਆ ਸਪੀਕਰ ਸਾਹਿਬ ਨੂੰ ਜਾਂ ਮੁੱਖ ਮੰਤਰੀ ਸਾਹਿਬ ਨੂੰ? ਇਹ ਸਭ ਸਚਾਈ ਤੋਂ ਸਾਹਮਣਾ ਨਹੀਂ ਕਰ ਸਕਦੇ, ਇਹ ਸਚਾਈ ਤੋਂ ਭੱਜਣ ਦੇ ਯਤਨ ਹੈਗੇ, ਕਿਉਂਕਿ ਫੇਲ ਹੈਗੇ ਆ, ਹਰ ਇਸ਼ੂ ਦੇ ਉੱਤੇ ਫੇਲ ਆ। ਚਾਹੇ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕਰਦਾ ਤੇ ਉਹੀ ਮਿਨਿਸਟਰ ਸਾਹਿਬਾਨ ਜਿਹੜੇ 1600 ਕਰੋੜ ਰੁਪਏ ਦਾ ਇਲਜ਼ਾਮ ਚੀਫ ਸੈਕਟਰੀ ਕਰਨ ਅਵਤਾਰ ਦੇ ਮੁੰਡੇ ਤੇ ਲਾਉਂਦੇ ਸੀ, ਜੇ ਉਹ ਆਪਣੇ ਸਟੈਂਡ ਤੇ ਖੜੇ ਰਹਿੰਦੇ ਤੇ ਹੋ ਸਕਦਾ 200 ਮੌਤਾਂ ਜਿਹੜੀਆਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਉਹ ਨਾ ਹੁੰਦੀਆਂ। ਬਹੁਤ ਸਾਰੇ ਇਸ਼ੂਜ਼ ਪੰਜਾਬ ਦੇ ਆ, ਬੇਰੁਜ਼ਗਾਰੀ ਆ, ਕਿਸਾਨਾਂ ਦੀਆਂ ਆਤਮ ਹੱਤਿਆਵਾਂ ਨੇ, ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਆ, ਰੇਤਾ ਬਜਰੀ ਦੀ ਚੋਰੀ ਆ, ਬਹੁਤ ਅਹਿਮ ਇਸ਼ੂਜ਼ ਹੈਗੇ ਜਿਹੜੇ ਅਸੀਂ ਡਿਸਕਸ ਸਿਰਫ 2 ਸਿਟਿੰਗਾਂ ਦੇ ਵਿੱਚ। ਪਹਿਲੀ ਸਿਟਿੰਗ ਤਾਂ ਔਪਚਾਰੀ ਹੈਗੀ ਆ ਸ਼ਰਧਾਂਜਲੀ, ਦੂਜੀ ਸਿਟਿੰਗ ਕੀ ਗੰਜੀ ਨਹਾਊ ਤੇ ਕੀ ਗੰਜੀ ਨਿਚੋੜੂ, ਦੂਜੀ ਸਿਟਿੰਗ ਕਿੰਨੇ ਦੀ ਹੋ ਸਕਦੀ ਆ? 2 ਘੰਟੇ, 3 ਘੰਟੇ, 4 ਘੰਟੇ। ਸੋ ਕੀ ਕਰੋਨਾ ਬਿਮਾਰੀ, ਕੀ ਕੋਵਿਡ ਸਪੀਕਰ ਸਾਹਿਬ ਨੂੰ ਇਹ ਇੰਸ਼ੋਰ ਕਰਕੇ ਗਿਆ ਵੀ ਤੁਸੀਂ 2 ਸਿਟਿੰਗਾਂ ਕਰ ਲਓ, 2 ਸਿਟਿੰਗਾਂ ਦੇ ਵਿੱਚ ਮੈਂ ਤੁਹਾਡੇ ਤੇ ਹਮਲਾ ਅਟੈਕ ਨਹੀਂ ਕਰਦਾ, 2 ਤੋਂ ਬਾਅਦ ਕਰੋਗੇ ਤਾਂ ਕੋਵਿਡ ਹਮਲਾ ਕਰੂਗਾ? ਇਹ ਸਭ ਇਹਨਾਂ ਦੇ ਬਹਾਨੇਬਾਜ਼ੀਆਂ ਨੇ ਕੋਵਿਡ ਨੂੰ ਲੈ ਕੇ। ਡਿਕਟੇਟਰ ਬਣਨ ਦੇ ਚੱਕਰਾਂ ਦੇ ਵਿੱਚ ਅੱਜ ਪੂਰੀ ਦੁਨੀਆ ਦੇ ਅੰਦਰ, ਕੱਲਾ ਪੰਜਾਬ ਜਾਂ ਸਾਡਾ ਦੇਸ਼ ਨਹੀਂ, ਅੱਜ ਪੂਰੀ ਦੁਨੀਆ ਦੇ ਅੰਦਰ ਜਿਹੜੇ ਰੂਲਿੰਗ ਦੇ ਵਿੱਚ ਬੈਠੇ ਪ੍ਰੈਜ਼ੀਡੈਂਟ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਉਹ ਕੋਵਿਡ ਦੇ ਵਿੱਚੋਂ ਇੱਕ ਨਵੀਂ ਸਰਕਾਰ ਕੱਢਣ ਦੇ ਯਤਨਾਂ ਦੇ ਵਿੱਚ। ਜਿਹੜਾ ਬੋਲੂਗਾ ਉਹ ਤੇ FIR ਦਰਜ ਕਰ ਦਿਆਂਗੇ। ਉਹ ਮਾਸਕ ਥੋੜੀ ਆ, ਮੂੰਹ ਦੇ ਉੱਤੇ ਟੇਪੀ ਲਾ ਕੇ ਰੱਖੋ, ਟੇਪੀ ਲਾ ਕੇ ਰੱਖੋ। ਮੁੱਖ ਮੰਤਰੀ ਸਾਹਿਬ ਵੰਡਣ ਮੋਬਾਈਲ, ਡਰਾਮਾ ਨੌਟੰਕੀ ਕਰਨ ਤੇ ਬੱਚੇ ਕੋਲੇ ਖੜੇ ਹੋਣ, ਕੋਈ ਮਾਸਕ ਨਾ ਪਾਇਆ ਹੋਵੇ, ਉਦੋਂ ਕਰੋਨਾ ਦੀ ਪਰਮਿਸ਼ਨ ਮਿਲੀ ਹੁੰਦੀ ਇਹਨਾਂ ਨੂੰ। ਸੋ ਇਹ ਸਾਰਾ ਕੁਝ ਅਸਲ ਦੇ ਵਿੱਚ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਤਰ੍ਹਾਂ ਦੇ ਹੱਥਕੰਡੇ ਹੈਗੇ ਆ। ਸੋ ਅਸੀਂ ਤੁਹਾਡੇ ਜਰੀਏ ਫਿਰ ਗਵਰਨਮੈਂਟ ਨੂੰ ਇਹ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਵੀ ਦਮੂਈਆ ਚਿਹਰਾ ਬੰਦ ਕਰੋ। ਔਰ ਤੁਸੀਂ ਕਾਂਗਰਸ ਪਾਰਟੀ ਵਾਲਿਓ ਖੇਤੀ ਸੁਧਾਰ ਆਰਡੀਨੈਂਸਾਂ ਦਾ ਲੋਕਾਂ ਦੇ ਅੰਦਰ ਮੀਡੀਆ ਦੇ ਜਰੀਏ ਵਿਰੋਧ ਕਰਦੇ ਹੋ, ਤੇ ਫਿਰ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਕਾਲ ਕੀਤਾ ਜਿਹੜਾ 28 ਤਰੀਕ ਨੂੰ, ਉਹਦੇ ਵਿੱਚ ਇਸ ਖੇਤੀ ਸੁਧਾਰ ਆਰਡੀਨੈਂਸ ਨੂੰ ਰੱਦ ਕਰਨ ਲਈ ਪ੍ਰਸਤਾਵ ਕਿਉਂ ਨਹੀਂ ਲੈ ਕੇ ਆ ਰਹੇ? ਸਾਡੀ ਡਿਮਾਂਡ ਹੈ। ਲੇਕਿਨ ਤੁਸੀਂ ਕੈਪਟਨ ਜੀ ਬਿਲਕੁਲ ਤੁਸੀਂ ਸੁਣਿਆ ਕਿ ਇਹ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਸਾਫ਼ ਦੱਸ ਰਹੇ ਨੇ ਕਿ ਇਹ ਖੇਤੀ ਆਰਡੀਨੈਂਸ ਬਿੱਲ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਹੀ ਇਹ ਜਿਹੜੇ ਇਹ ਚਾਹੁੰਦੇ ਨੇ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਉਹ ਚਰਚਾ ਕੀਤੀ ਜਾਏ, ਤੇ ਜਿਸ ਨੂੰ ਲੈ ਕੇ ਅਜੇ ਧਰਨੇ ਦੇ ਬੈਠੇ। ਤੁਸੀਂ ਦੇਖ ਸਕਦੇ ਹੋ ਇਹ CM ਆਵਾਸ ਤੋਂ ਤਕਰੀਬਨ ਜਿਹੜੀ 100 ਮੀਟਰ ਦੂਰ ਦੀ ਤਸਵੀਰਾਂ, ਜਿੱਥੇ ਚੰਡੀਗੜ੍ਹ ਪੁਲਿਸ ਵੱਲੋਂ ਭਾਰੀ ਗਿਣਤੀ ਦੇ ਵਿੱਚ ਇੱਥੇ ਤੈਨਾਤੀ ਕੀਤੀ ਗਈ ਹੈ, ਬੈਰੀਕੇਡ ਲਗਾਏ ਪਏ ਤੇ ਪੂਰਾ ਇੱਥੇ ਰਾਈਟ ਕੰਟਰੋਲ ਵਹੀਕਲ ਦਾ ਵੀ ਇੱਥੇ ਜਿਹੜਾ ਇੰਤਜ਼ਾਮ ਕੀਤਾ ਗਿਆ ਹੈ ਕਿ ਅਗਰ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਤਾਂ ਇਹਨਾਂ ਦੇ ਉੱਤੇ ਬਲ ਪ੍ਰਯੋਗ ਕੀਤਾ ਜਾਏ। ਹਾਲਾਂਕਿ ਇਹ ਬੈਂਸ ਬ੍ਰਦਰਜ਼ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਅਸੀਂ ਇਸ ਤੋਂ ਅੱਗੇ ਨਹੀਂ ਜਾਵਾਂਗੇ, ਅਸੀਂ ਸਿਰਫ ਇੱਥੇ ਮਿਲਣ ਆਏ ਹਾਂ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਸਿਰਫ 2 ਲੋਕ ਹੀ ਇਸ ਧਰਨੇ ਦੇ ਵਿੱਚ ਆਏ ਆ। ਦੋਨੋਂ ਜਿਹੜੇ ਵਿਧਾਇਕ ਹੈ ਬੈਂਸ ਬ੍ਰਦਰਜ਼, ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ। ਤੁਸੀਂ ਵੇਖ ਸਕਦੇ ਹੋ ਇਹ ਮੁੱਖ ਮੰਤਰੀ ਆਵਾਸ ਤੋਂ ਜਿਹੜੇ ਕੁਝ ਅਧਿਕਾਰੀ ਇੱਥੇ ਆ ਰਹੇ ਨੇ, ਜਿਹੜੇ ਕਿ ਇਹਨਾਂ ਤੋਂ ਇੱਕ ਮੈਮੋਰੈਂਡਮ ਇੱਥੇ ਜ਼ਰੂਰ ਲੈਣਗੇ ਤਾਂ ਕਿ ਜਿਹੜਾ ਟਸਲ ਹੈ ਉਹ ਉਸ ਨੂੰ ਅੱਗੇ ਨਾ ਹੋਇਆ ਜਾ ਸਕੇ। ਤੇ ਤੁਸੀਂ ਸਾਫ਼ ਤਸਵੀਰਾਂ ਵੇਖ ਰਹੇ ਹੋ ਕਿ ਮੁੱਖ ਮੰਤਰੀ ਦਫ਼ਤਰ ਤੋਂ ਕੁਝ ਅਧਿਕਾਰੀ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਨੇ ਤਾਂ ਕਿ ਇਹਨਾਂ ਤੋਂ ਮੈਮੋਰੈਂਡਮ ਲਿੱਤਾ ਜਾ ਸਕੇ ਜਿਹੜੀ ਇਹਨਾਂ ਦੀ ਮੰਗ ਹੈ, ਕਿਉਂਕਿ ਇਹ ਆਮ ਸੜਕ ਹੈਗੀ ਹੈ ਜਿੱਥੇ ਲੋਕ ਇੱਥੋਂ ਨਿਕਲਦੇ, ਲੇਕਿਨ ਇਸ ਸੜਕ ਨੂੰ ਇਹਨਾਂ ਦੇ ਵਿਰੋਧ ਦੇ ਚਲਦੇ ਇੱਥੇ ਬੰਦ ਕਰ ਦਿੱਤਾ ਗਿਆ। ਤੇ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਫੋਰਸ ਨੂੰ ਜਿਹੜਾ ਤੈਨਾਤ ਕੀਤਾ ਗਿਆ ਤੇ ਜਿਹੜੇ ਇਹ ਇੱਥੇ ਸਨੀ ਬਰਾੜ ਜਿਹੜੇ ਕਿ ਕੈਪਟਨ ਦੇ OSD ਹੈਗੇ, ਉਹ ਇੱਥੇ ਤੁਸੀਂ ਵੇਖ ਸਕਦੇ ਹੋ ਇੱਥੇ ਪਹੁੰਚੇ ਨੇ ਤੇ ਇਹਨਾਂ ਤੋਂ ਇੱਕ ਮੈਮੋਰੈਂਡਮ ਲਿੱਤਾ ਜਾਏਗਾ। ਇੱਕ ਮੁੱਖ ਮੰਤਰੀ ਦੇ ਜਿਹੜੇ OSD ਵੀ ਇੱਥੇ ਮੌਕੇ ਤੇ ਪਹੁੰਚ ਗਏ ਨੇ ਤੇ ਮੁੱਖ ਮੰਤਰੀ ਆਵਾਸ ਦੇ ਠੀਕ ਬਾਹਰ ਦੀਆਂ ਤਸਵੀਰਾਂ ਜਿੱਥੇ ਜਿਹੜਾ ਬੈਂਸ ਬ੍ਰਦਰਜ਼ ਦਾ ਜਿਹੜਾ ਧਰਨਾ ਸੀਗਾ, ਜਿਸ ਨੂੰ ਦੇਖਦੇ ਹੋ ਇੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੂੰ ਇੱਥੇ ਤੈਨਾਤ ਕੀਤਾ ਗਿਆ। ਤੇ ਬੈਂਸ ਬ੍ਰਦਰਜ਼ ਦਾ ਸਾਫ਼ ਕਹਿਣਾ ਹੈ ਕਿ ਜਿਹੜਾ ਕੋਵਿਡ ਨੂੰ ਲੈ ਕੇ ਜਿਹੜਾ ਇਹ ਕਿਹਾ ਗਿਆ ਹੈ ਕਿ ਸਿਰਫ ਇੱਕ ਦਿਨ ਦਾ ਹੀ ਸੈਸ਼ਨ ਹੋਏਗਾ, ਉਹ ਸਿਰਫ ਇੱਕ ਮਹਿਜ਼ ਦਿਖਾਵਾ, ਆਈ ਵਾਸ਼ ਹੈਗੀ ਹੈ। ਸਰਕਾਰ ਜਿਹੜਾ ਡਿਕਟੇਟਰਸ਼ਿਪ ਤੌਰ ਤੇ ਕੰਮ ਕਰ ਰਹੀ ਹੈ, ਜਨਤਾ ਤੋਂ ਜੁੜਿਆ ਕਿਸੇ ਵੀ ਮੁੱਦੇ ਤੋਂ ਉਹ ਗੱਲ ਤੋਂ ਨਹੀਂ ਕਰਨਾ ਚਾਹੁੰਦੀ, ਉਹ ਭੱਜਣਾ ਚਾਹੁੰਦੀ। ਇਸ ਲਈ ਜਿਹੜਾ ਇੱਕ ਦਿਨ ਦਾ ਸੈਸ਼ਨ ਵੀ ਬੁਲਾਇਆ ਗਿਆ ਉਹ ਸਿਰਫ ਮਹਿਜ਼ ਇੱਕ ਦਿਖਾਵਾ ਹੈ। ਹਾਲਾਂਕਿ
ਇਹ ਕਿਹਾ ਗਿਆ ਹੈ ਕਿ ਇਹ 6 ਮਹੀਨੇ ਦੇ ਵਿੱਚ ਸੈਸ਼ਨ ਬੁਲਾਉਣਾ ਬੇहद ਜ਼ਰੂਰੀ ਹੁੰਦਾ ਹੈ। ਤਾਂ ਉਸੇ ਦੀ ਚਲਦੇ ਇਹ ਸੈਸ਼ਨ ਬੁਲਾਇਆ ਗਿਆ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਸਪੀਕਰ ਰਾਣਾ ਕੇਪੀ ਦੇ ਉੱਤੇ ਵੀ ਨਿਸ਼ਾਨੇ ਸਾਧੇ ਨੇ ਕਿ ਕਰੋਨਾ ਸਪੀਕਰ ਨੂੰ ਦੱਸ ਕੇ ਆਏਗਾ ਕਿ ਸਿਰਫ ਇੱਕ ਦਿਨ ਦੇ ਸੈਸ਼ਨ ਤੋਂ ਬਾਅਦ ਅਗਰ ਦੂਸਰਾ ਦਿਨ ਦਾ ਸੈਸ਼ਨ ਹੁੰਦਾ ਹੈ ਤਾਂ ਉਸ ਦਿਨ ਕੋਵਿਡ ਆ ਜਾਏਗਾ। ਕੁਝ ਇਸ ਤਰੀਕੇ ਦੇ ਜਿਹੜੇ ਤਾਨੇ ਹੈ ਉਹ ਇਹਨਾਂ ਵੱਲੋਂ ਦਿੱਤੇ ਗਏ ਨੇ। ਤਾਂ ਹਾਲਾਂਕਿ ਅਗਰ ਗੱਲ ਕਰੀਏ ਤਾਂ ਇੱਥੇ ਜਿਹੜਾ ਬੈਂਸ ਬ੍ਰਦਰਜ਼ ਇੱਥੇ ਧਰਨੇ ਤੇ ਆਏ ਸੀ, ਇੱਕ ਵਾਰ ਤਸਵੀਰਾਂ ਤੁਹਾਨੂੰ ਫਿਰ ਦਿਖਾਵਾਂ ਕਿ ਜਿਹੜੇ ਮੁੱਖ ਮੰਤਰੀ ਦੇ OSD ਹੈ ਉਹ ਖੁਦ ਜਿਹੜੇ ਹੈ ਬੈਂਸ ਬ੍ਰਦਰਜ਼ ਨੂੰ ਮਿਲਣ ਇੱਥੇ ਆਏ ਨੇ। ਜਿਹੜੇ ਸਨੀ ਬਰਾੜ ਜਿਹੜੇ ਕਿ ਉਹਨਾਂ ਦੇ OSD ਉਹ ਇੱਥੇ ਮਿਲ ਰਹੇ ਨੇ। ਇਹ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਖੁਦ ਜਿਹੜੇ OSD ਜਿਹੜੇ ਉਹਨਾਂ ਤੋਂ ਮੈਮੋਰੈਂਡਮ ਲੈਣ ਮੁੱਖ ਮੰਤਰੀ ਆਵਾਸ ਤੋਂ ਬਾਹਰ ਨਿਕਲ ਕੇ ਇੱਥੇ ਪਹੁੰਚੇ ਨੇ ਤੇ ਉਹਨਾਂ ਨਾਲ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਹੈ। ਇਹ ਜਿਹੜਾ ਮੰਗ ਪੱਤਰ ਹੈ ਉਹਨਾਂ ਤੋਂ ਲਿੱਤਾ ਜਾ ਰਿਹਾ ਹੈ। ਇਹ ਤਸਵੀਰਾਂ ਜਿਹੜੀ ਮੁੱਖ ਮੰਤਰੀ ਆਵਾਸ ਦੇ ਠੀਕ ਬਾਹਰ ਦੀ ਹੈ, ਜਿੱਥੇ ਜਿਹੜੇ ਅੱਜ ਬੈਂਸ ਬ੍ਰਦਰਜ਼ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਇਹ ਸਿੰਬੋਲੀਕਲ ਪ੍ਰੋਟੈਸਟ ਹੈ ਜਿਹੜਾ ਕਿ ਇਹ ਖੇਤੀ ਆਰਡੀਨੈਂਸ ਜਿਹੜੇ ਕਿ ਕੇਂਦਰ ਸਰਕਾਰ ਲੈ ਕੇ ਉਸ ਨੂੰ ਲੈ ਕੇ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਸੰਮਤੀ ਨਾਲ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜਾ ਇਸ ਖੇਤੀ ਆਰਡੀਨੈਂਸ ਨੂੰ ਜਿਹੜਾ ਰੱਦ ਕੀਤਾ ਜਾਏ ਤਾਂ ਉਸ 'ਤੇ ਬਹਿਸ ਕੀਤੀ ਜਾਏ। ਉਸੇ ਨੂੰ ਲੈ ਕੇ ਜਿਹੜਾ ਅੱਜ ਇਹ ਪ੍ਰਦਰਸ਼ਨ ਹੈ ਬੈਂਸ ਬ੍ਰਦਰਜ਼ ਦਾ CM ਆਵਾਸ ਦੇ ਬਾਹਰ ਹੋ ਰਿਹਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, दैनिक सवेरा TV। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।